ਕਹਿੰਦੇ ਨੇ ਸਿਆਸਤ ਦੇ ਰੰਗਾਂ ਤੇ ਕਰਤਾਰ ਦੇ ਰੰਗਾਂ ਦੀ ਜਿਹੜੀ ਹੈ ਰਮਝ ਉਹ ਜਾਣਨੀ ਬੜੀ ਔਖੀ ਹੈ। ਚਾਹੇ ਕੋਈ ਕਿੰਨਾ ਵੀ ਕਿਉਂ ਨਾ ਸਿਆਣਾ ਹੋਵੇ, ਟਪਲਾ ਖਾ ਹੀ ਜਾਂਦਾ ਹੈ। ਖੈਰ, ਹੁਣ ਇੰਡੀਆ ਗੱਠਜੋੜ ਦੀ ਇੰਨੀ ਦਿਨੀ ਵੱਡੀ ਪੱਧਰ ਉੱਤੇ ਚਰਚਾ ਹੈ ਤੇ ਜਿਹੜੀ ਇੰਡੀਆ ਗੱਠਜੋੜ ਦੀ ਤੀਜੀ ਬੈਠਕ ਮੁੰਬਈ ਦੇ ਵਿੱਚ ਹੋ ਰਹੀ ਹੈ, ਜਿਹਦੇ ਵਿੱਚ ਹੁਣ ਕੁਝ ਘੰਟੇ ਹੀ ਬਾਕੀ ਨੇ। ਤੇ ਇਸ ਸਾਰੇ ਮਾਮਲੇ ਦੇ ਵਿੱਚੋਂ ਇੱਕ ਜਿਹੜੀ ਵੱਡੀ ਗੱਲ ਉਹ ਵਿੱਚ ਕੀ ਸਾਹਮਣੇ ਆਈ ਹੈ, ਮਮਤਾ ਬੈਨਰਜੀ ਜਿਹੜੇ ਇੰਡੀਆ ਗੱਠਜੋੜ ਦੇ ਵਾਹਦ ਆਗੂਆਂ ਦੇ ਵਿੱਚੋਂ ਇੱਕ ਨੇ, ਉਹਨਾਂ ਨੇ ਇੱਕ ਖਦਸ਼ਾ ਜ਼ਾਹਰ ਕੀਤਾ ਹੈ, ਕਹਿ ਲਈਏ ਕਿ ਸਿਆਸੀ ਖਦਸ਼ਾ, ਕਿ ਭਾਜਪਾ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਜਲਦੀ ਕਰਵਾ ਸਕਦੀ। ਉਹਨਾਂ ਨੇ ਤਰਕ ਦਿੱਤਾ ਹੈ ਕਿ ਭਾਜਪਾ ਨੇ ਜਿਹੜੇ ਹੈਲੀਕਾਪਟਰ ਨੇ ਸਾਰੇ ਦੇ ਸਾਰੇ ਬੁੱਕ ਕਰ ਲਏ ਨੇ ਚੋਣ ਪ੍ਰਚਾਰ ਲਈ। ਤੇ ਖੈਰ, ਉਹਨਾਂ ਦਾ ਇਹ ਖਦਸ਼ਾ ਕਿਵੇਂ ਅੱਗੇ ਜਾ ਕੇ ਸਾਹਮਣੇ ਆਉਂਦਾ ਹੈ, ਉਹਦੇ ਉੱਤੇ ਚਰਚਾ ਕਰਾਂਗੇ। ਤੇ ਇੰਡੀਆ ਗੱਠਜੋੜ ਤੇ ਭਾਜਪਾ, ਇਸ ਸਾਰੇ ਸਿਆਸੀ ਮਸੌਦੇ ਉੱਤੇ ਚਰਚਾ ਲਈ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਤੁਹਾਡਾ ਬਹੁਤ ਜ਼ਿਆਦਾ ਵੈਲਕਮ, ਸਵਾਗਤ। ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ। ਡਾਕਟਰ ਸਾਹਿਬ, ਇੰਡੀਆ ਗੱਠਜੋੜ ਦੀ ਜਿਹੜੀ ਇਹ ਤੀਜੀ ਬੈਠਕ ਹੈ, ਕਿਉਂਕਿ ਪਹਿਲੀ ਪਟਨਾ ਸਾਹਿਬ ਵਿਖੇ ਹੋਈ, ਇੱਥੇ ਮੁੱਢ ਵੱਜਿਆ, ਫਿਰ ਬੰਗਲੁਰੂ ਦੇ ਵਿੱਚ ਹੋਈ, ਜਿਹਦੇ ਵਿੱਚ 26 ਪਾਰਟੀਆਂ ਸ਼ਾਮਲ ਹੋਈਆਂ ਤੇ ਜਿਹੜੀ ਇਹਦੀ ਹੋਂਦ ਬਣੀ। ਤੇ ਹੁਣ ਇਸ ਹੋਂਦ ਦਾ ਇੱਕ ਅਗਲਾ ਪ੍ਰਗਟਾਵਾ ਕਹਿ ਲਈਏ ਕਿ ਮੁੰਬਈ ਦੇ ਵਿੱਚ 31 ਅਗਸਤ ਤੇ 1 ਸਤੰਬਰ ਨੂੰ ਹੋ ਰਹੀ ਹੈ। 2 ਦਿਵਸੀ ਬੈਠਕ ਹੈ। ਪਹਿਲੇ ਦਿਨ ਤਾਂ ਖੈਰ ਲੀਡਰ ਜਿਹੜੇ ਨੇ ਸਾਰੀਆਂ ਪਾਰਟੀਆਂ ਦੇ ਇੰਡੀਆ ਗੱਠਜੋੜ ਦੇ ਵਿੱਚ ਜਿਹੜੇ ਸ਼ਾਮਲ ਨੇ ਉਹ ਅਪਰੋਚ ਕਰਨਗੇ, ਤੇ ਜਿਹੜਾ ਮੇਨ ਗੱਲਬਾਤ ਹੋਣੀ ਹੈ, ਫੈਸਲੇ ਹੋਣੇ ਹੈ, ਉਹ 1 ਸਤੰਬਰ ਨੂੰ ਹੋਣਗੇ। ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਕਿਉਂਕਿ ਇਹ ਤੀਜੀ ਬੈਠਕ ਹੈ ਤੇ ਅਗਲੇ ਸਮੇਂ ਲੋਕ ਸਭਾ ਚੋਣਾਂ ਦਾ ਜਿਹੜਾ ਸਮਾਂ ਹੈ ਉਹ ਵੀ ਨੇੜੇ ਆ ਰਿਹਾ ਹੈ। ਜਿਵੇਂ ਮਮਤਾ ਬੈਨਰਜੀ ਨੇ ਖਦਸ਼ਾ ਪ੍ਰਗਟਾਇਆ ਕਿ ਦਸੰਬਰ ਦੇ ਵਿੱਚ ਲੋਕ ਸਭਾ ਚੋਣਾਂ ਹੋ ਸਕਦੀਆਂ ਨੇ, ਤਾਂ ਜਿਹੜੀ ਮੁੰਬਈ ਦੇ ਵਿੱਚ ਇੰਡੀਆ ਗੱਠਜੋੜ ਦੀ ਬੈਠਕ ਹੈ ਉਹ ਬੜੀ ਅਹਿਮ ਹੋਏਗੀ। ਇਸ ਬੈਠਕ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਹੋਣਗੇ, ਡਾਕਟਰ ਸਾਹਿਬ ਤੁਸੀਂ ਵਿਸਤਾਰ ਨਾਲ ਦੱਸਿਓ, ਕਿਉਂਕਿ ਕਈ ਫੈਸਲੇ ਇੰਡੀਆ ਗੱਠਜੋੜ ਨੇ ਕਰਨੇ ਨੇ ਜੇ ਅੱਗੇ ਰਫ਼ਤਾਰ ਵਧਾਉਣੀ ਹੈ, ਜੇ ਅੱਗੇ ਤੁਰਨਾ ਹੈ। ਕਿਉਂਕਿ ਇੱਕ ਬੰਨੇ ਵੱਡੀ ਧਿਰ ਹੈ ਭਾਜਪਾ, ਪਿਛਲੇ 9-10 ਸਾਲਾਂ ਤੋਂ ਰਾਜ ਭਾਗ ਸੰਭਾਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੂਜੀ ਵਾਰ, ਪਿਛਲੀ ਵਾਰ ਉਹਨਾਂ ਨੇ ਸ਼ਾਸਨ ਸੰਭਾਲਿਆ ਤੇ ਤੀਜੀ ਵਾਰ ਭਾਜਪਾ ਨੇ ਫਿਰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਅੱਗੇ ਲਿਆਂਦਾ ਹੋਇਆ। ਤੇ ਵੱਡੀ ਗੱਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੀ ਹੈ ਅਰਥ ਵਿਵਸਥਾ ਦੁਨੀਆ ਦੀ, ਉਹਦੇ ਵਿੱਚ ਭਾਰਤ ਨੂੰ ਟਾਪ 3 ਦਾ ਗੇਅਰ ਲਾ ਕੇ ਅੱਗੇ ਤੋਰ ਰਹੇ ਨੇ ਤੇ ਇਹਦੇ ਉੱਤੇ ਬੜਾ ਦਾਅਵਾ ਵੀ ਕਰ ਰਹੇ ਨੇ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਭਾਰਤ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਟਾਪ 3 ਦੇ ਵਿੱਚ ਪਹੁੰਚ ਚੁੱਕੀ ਹੋਏਗੀ। ਅਜਿਹੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਵੀ ਬੜਾ ਵੱਡਾ ਨਾਅਰਾ ਹੈ, ਕਹਿ ਲਈਏ ਕਿ ਦੇਸ਼ ਦੇ ਵਿਕਾਸ ਲਈ ਉਹ ਜਿਹੜੀ ਲੋਕਾਂ ਅੱਗੇ ਗੱਲ ਰੱਖ ਰਹੇ ਨੇ, ਕਰ ਰਹੇ ਨੇ। ਤੇ ਹੁਣ ਦੂਜੇ ਬੰਨੇ ਇੰਡੀਆ ਗੱਠਜੋੜ, ਇਹਦੀ ਰਫ਼ਤਾਰ ਵੀ ਬੜੀ ਤੇਜ਼ੀ ਨਾਲ ਵਧ ਰਹੀ ਹੈ। ਡਾਕਟਰ ਸਾਹਿਬ ਦੱਸਿਓ ਕਿ ਕਿਹੜੇ ਕਿਹੜੇ ਫੈਸਲੇ ਹੋਣਗੇ, ਕਿਵੇਂ ਰਹੇਗਾ ਇੰਡੀਆ ਗੱਠਜੋੜ ਦਾ ਮੁੰਬਈ ਸੱਥ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਜਿਸ ਤਰ੍ਹਾਂ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਰਾਜਨੀਤੀ ਦੇ ਵਿੱਚ ਬਹੁਤ ਤੇਜ਼ੀ ਆ ਰਹੀ ਹੈ, ਐਨਡੀਏ ਵੱਲੋਂ ਵੀ ਅਤੇ ਇੰਡੀਆ ਗੱਠਜੋੜ ਦੇ ਵੱਲੋਂ ਵੀ ਬੜੀ ਤੇਜ਼ੀ ਦੇ ਨਾਲ ਆਪਣੀਆਂ ਗਤੀਵਿਧੀਆਂ ਨੂੰ ਵਧਾਇਆ ਜਾ ਰਿਹਾ ਹੈ। ਨਵੇਂ ਤਰ੍ਹਾਂ ਦੇ ਸਮੀਕਰਨ ਬਣ ਰਹੇ ਨੇ। ਹੁਣ ਕਿਉਂਕਿ ਜਿਹੜੀ ਮੁੰਬਈ ਦੇ ਵਿੱਚ ਮੀਟਿੰਗ ਹੋ ਰਹੀ ਹੈ, ਬੜੀ ਅਹਿਮ ਮੀਟਿੰਗ ਹੈ, ਜਿਹਦੇ ਵਿੱਚ ਕਾਂਗਰਸ ਪਾਰਟੀ ਆਪਣੇ ਪੂਰੇ ਉਤਸ਼ਾਹ ਦੇ ਨਾਲ ਹੈ, ਪੂਰੇ ਜੋਸ਼ ਦੇ ਨਾਲ ਹੈ, ਪੂਰੀ ਸ਼ਕਤੀਆਂ ਇਕੱਠੀਆਂ ਕਰਕੇ ਆਪਣੇ ਹਮਲਾਵਰ ਰੁਖ ਦੇ ਵਿੱਚ ਹੈ। ਜਿਸ ਤਰ੍ਹਾਂ ਕਿ ਮਹਾਰਾਸ਼ਟਰ ਇਕਾਈ ਦੇ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਦੱਸਿਆ ਕਿ ਇਸ ਮੀਟਿੰਗ ਦੇ ਵਿੱਚ ਅਸੀਂ ਬਹੁਤ ਵੱਡੇ ਸਾਰੇ ਅਹਿਮ ਫੈਸਲੇ ਲਏ ਜਾਣਗੇ, ਜਿਸ ਤਰ੍ਹਾਂ ਕਿ ਇਹ ਹੋ ਸਕਦਾ ਹੈ ਵੀ ਇੱਥੇ ਪਾਰਟੀਆਂ ਨੇ ਜਿਹੜੀਆਂ ਗੱਠਜੋੜ ਦੀਆਂ ਪਾਰਟੀਆਂ ਦੇ ਨਾਲ ਸੀਟਾਂ ਦੀ ਵੰਡ ਵੰਡਾਰੇ ਦਾ ਵੀ ਕੰਮ ਹੋਏਗਾ ਅਤੇ ਉਹਨਾਂ ਦਾ ਨਿਸ਼ਾਨਦੇਹੀ ਵੀ ਕੀਤੀ ਜਾਊਗੀ। ਦੂਸਰੀ ਜਿਹੜੀ ਸਭ ਤੋਂ ਵੱਡੀ ਉਹਨਾਂ ਨੇ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਇੰਡੀਆ ਗੱਠਜੋੜ ਵੱਲੋਂ ਕੌਣ ਹੋਏਗਾ। ਜਿੱਥੋਂ ਤੱਕ ਕਾਂਗਰਸ ਪਾਰਟੀ ਦੇ ਨਾਨਾ ਪਟੋਲੇ ਦਾ ਸੰਬੰਧ ਹੈ, ਉਹਨਾਂ ਦਾ ਤਾਂ ਇਹੋ ਕਹਿਣਾ ਕਿ ਅਸੀਂ ਤਾਂ ਚਾਹੁੰਦੇ ਹਾਂ ਕਿ ਸ਼੍ਰੀ ਰਾਹੁਲ ਗਾਂਧੀ ਹੋਣਗੇ। ਇਹਦੀਆਂ ਸੰਭਾਵਨਾਵਾਂ ਵੀ ਵੱਧ ਲੱਗ ਰਹੀਆਂ ਨੇ। ਬਾਕੀ ਉਹਨਾਂ ਨੇ ਇਹ ਵੀ ਛੱਡਿਆ ਕਿ ਪਾਰਟੀ ਦੇ ਲੀਡਰ ਇਹਦੇ ਬਾਰੇ ਫੈਸਲਾ ਕਰਨਗੇ, ਗੱਠਜੋੜ ਦੇ ਲੀਡਰ ਸਾਰੇ ਇਸ ਬਾਰੇ ਇਕੱਠੇ ਹੋ ਕੇ ਫੈਸਲਾ ਕਰਨਗੇ ਕਿ ਕੌਣ ਪਾਰਟੀ ਦੇ ਵੱਲੋਂ, ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਦਾ ਉਮੀਦਵਾਰ ਹੋਏਗਾ। ਜਿੱਥੋਂ ਤੱਕ ਦੀਆਂ ਸੰਭਾਵਨਾਵਾਂ ਲੱਗਦੀਆਂ ਨੇ ਇਸ ਦੇ ਸੰਬੰਧ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਦੀਆਂ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਐਲਾਨ ਹੋਣ ਦੀਆਂ ਸੰਭਾਵਨਾਵਾਂ ਵੱਧ ਨੇ। ਜਿਸ ਤਰ੍ਹਾਂ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਭਾਰਤ ਜੋੜੋ ਯਾਤਰਾ ਦੇ ਦੌਰਾਨ ਆਪਣਾ ਪੂਰਾ ਵਕਾਰ ਬਣਾਇਆ ਤੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਵੱਡੀ, ਜਿਹੜੇ ਕਿ ਕੇਸ ਦੇ ਵਿੱਚ ਉਹਨਾਂ ਦੇ ਵਿੱਚ ਉਹ ਸੀ ਗੁਜਰਾਤ ਦੇ ਵਿੱਚ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ, ਉਹਦੇ ਸੁਪਰੀਮ ਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਮਿਸ਼ਨ ਨੂੰ ਵੀ
ਫੈਲਾਇਆ ਵੀ ਤੇ ਉਸ ਤਰ੍ਹਾਂ ਦੀ ਜਿਹੜੀ ਇੰਟਰਨੈਸ਼ਨਲ ਲੌਬੀਆਂ ਨੇ ਜਿਹੜੀਆਂ, ਜਿਸ ਤਰ੍ਹਾਂ ਕਿ ਹੁਣ ਦੱਸਿਆ ਜਾਂਦਾ ਹੈ ਕਿ ਪੋਲੀਟਿਕਸ ਹੁਣ ਕੱਲੀ ਇੰਡੀਆ ਤੱਕ ਸੀਮਿਤ ਨਹੀਂ, ਗਲੋਬਲ ਪੋਲੀਟਿਕਸ ਹੋ ਚੁੱਕੀ ਹੈ। ਇਹਦੇ ਵਿੱਚ ਜਿਹੜੀਆਂ ਕੌਮਾਂਤਰੀ ਸ਼ਕਤੀਆਂ ਨੇ, ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਨੇ, ਉਹ ਵੀ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਹਨਾਂ ਦੇ ਵੱਲੋਂ ਵੀ ਇਸ ਤਰ੍ਹਾਂ ਦਾ ਰਾਹੁਲ ਗਾਂਧੀ ਦੀ ਪਿੱਠ ਠੋਕੀ ਜਾ ਰਹੀ ਹੈ। ਤੇ ਹੁਣ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਜਿਸ ਤਰ੍ਹਾਂ ਲਦਾਖ ਦਾ ਦੌਰਾ ਕੀਤਾ, ਮਣੀਪੁਰ ਗਏ ਨੇ ਤੇ ਹੋਰ ਗਏ ਨੇ, ਤੇ ਉਹਦੇ ਵਿੱਚੋਂ ਵੀ ਇਹ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੂੰ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਤੌਰ ਤੇ ਉਭਾਰਿਆ ਜਾ ਰਿਹਾ ਹੈ, ਜਿਸ ਦੀਆਂ ਸੰਭਾਵਨਾਵਾਂ ਵੱਧ ਲੱਗ ਰਹੀਆਂ ਨੇ ਕਿ ਮੁੰਬਈ ਦੇ ਵਿੱਚ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਪ੍ਰਧਾਨ ਮੰਤਰੀ ਦਾ ਚਿਹਰਾ ਇਹਨਾਂ ਨੂੰ ਐਲਾਨਿਆ ਜਾਵੇਗਾ। ਜੀ ਪਿੰਡਰ ਸਾਹਿਬ। ਡਾਕਟਰ ਸਾਹਿਬ, ਜਿਹੜਾ ਇੰਡੀਆ ਗੱਠਜੋੜ ਹੈ, ਇਹਦੇ ਮੋਢੀਆਂ ਦੇ ਵਿੱਚੋਂ ਇੱਕ ਵੱਡੇ ਆਗੂ ਨੇ ਨਤੀਸ਼ ਕੁਮਾਰ। ਖੈਰ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਪਹਿਲਾਂ ਕਾਫੀ ਕਰੀਬੀ ਵੀ ਰਹੇ ਨੇ, ਤੇ ਕੀ ਨਤੀਸ਼ ਕੁਮਾਰ ਵੀ ਕਨਵੀਨੀਅਰ ਨਿਯੁਕਤ ਹੋ ਸਕਦੇ ਨੇ, ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਵਧੇਰੇ ਸੰਭਾਵਨਾ ਰਾਹੁਲ ਗਾਂਧੀ ਦੀਆਂ, ਤਾਂ ਕਾਂਗਰਸ ਤੋਂ ਹਟ ਕੇ ਜੇਕਰ ਹੋਰ ਕਨਵੀਨੀਅਰ ਅੱਗੇ ਲਿਆਉਣਾ ਹੋਵੇ ਤਾਂ ਉਹਨਾਂ ਦੇ ਵਿੱਚ ਹੋਰ ਕਿਹੜੇ ਕਿਹੜੇ ਚਿਹਰੇ ਹੋ ਸਕਦੇ ਆ? ਕਈ ਵਾਰ ਕਿਉਂਕਿ ਗੱਠਜੋੜ ਨੂੰ ਮਜ਼ਬੂਤ ਕਰਨਾ ਹੈ ਤਾਂ ਕਾਂਗਰਸ ਸੋਚਦੀ ਹੈ ਕਿ ਅਸੀਂ ਤਾਂ ਵੱਡੀ ਪਾਰਟੀ ਹੈਗੀ ਆ, ਕਿਉਂ ਨਾ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਹੋਰ ਨਾਲ ਪੱਕੇ ਤੌਰ ਤੇ ਪਾਰਟੀਜ਼ ਢੰਗ ਨਾਲ ਜੁੜੀਆਂ ਰਹਿ ਸਕਣ ਤੇ ਕਨਵੀਨੀਅਰਸ਼ਿਪ ਕਿਸੇ ਹੋਰ ਪਾਰਟੀ ਦੇ ਹਵਾਲੇ ਕੀਤੀ ਜਾਵੇ। ਜੀ ਡਾਕਟਰ ਸਾਹਿਬ। ਪਿੰਡਰ ਸਾਹਿਬ, ਇਹ ਹੋ ਸਕਦਾ ਹੈ ਵੀ ਇਹਦੀ ਜਿਹੜੀ ਕਲੈਕਟਿਵ ਰਿਸਪੌਂਸਿਬਿਲਟੀ ਬਣਾ ਲਈ ਜਾਵੇ, ਪ੍ਰਧਾਨ ਮੰਤਰੀ ਦਾ ਚਿਹਰਾ ਕੋਈ ਹੋਰ ਹੋਵੇ ਤੇ ਪਾਰਟੀ ਦਾ ਕਨਵੀਨਰ, ਗੱਠਜੋੜ ਦਾ ਕਨਵੀਨਰ ਕਿਸੇ ਹੋਰ ਨੂੰ ਬਣਾਇਆ ਜਾ ਸਕਦਾ। ਇਹ ਸੰਭਾਵਨਾਵਾਂ ਤਾਂ ਲੱਗਦੀਆਂ ਨੇ, ਪਰੰਤੂ ਜਿਵੇਂ ਕਿ ਪ੍ਰਧਾਨ ਮੰਤਰੀ ਦੇ ਚਿਹਰੇ ਲਈ ਪਿਛਲੀ ਬੰਗਲੁਰੂ ਮੀਟਿੰਗ ਦੇ ਵਿੱਚ ਜਿਹੜੀ ਗੱਠਜੋੜ ਦੀ ਮੁੱਖ ਧਿਰ ਮਮਤਾ ਬੈਨਰਜੀ ਆ, ਉਹਨਾਂ ਨੇ ਖੁਦ ਰਾਹੁਲ ਗਾਂਧੀ ਦਾ ਨਾਮ ਪ੍ਰਪੋਜ਼ ਕੀਤਾ ਸੀ। ਉਹਨਾਂ ਨੇ ਵੀ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਸਨ, ਤੇ ਇਹ ਸੰਭਾਵਨਾਵਾਂ ਤੁਹਾਡੀਆਂ ਬਿਲਕੁਲ ਠੀਕ ਲੱਗਦੀਆਂ ਨੇ ਵੀ ਪਾਰਟੀ ਦਾ ਜਿਹੜਾ ਗੱਠਜੋੜ ਹੈ ਇਹਦੇ ਕਨਵੀਨਰ ਦੇ ਲਈ ਨਤੀਸ਼ ਕੁਮਾਰ ਨੂੰ ਨਾਮ ਪ੍ਰਪੋਜ਼ ਕੀਤਾ ਜਾਵੇ ਜਾਂ ਉਹਨਾਂ ਨੂੰ ਬਣਾ ਦਿੱਤਾ ਜਾਵੇ, ਅਤੇ ਪ੍ਰਧਾਨ ਮੰਤਰੀ ਦਾ ਚਿਹਰਾ ਰਾਹੁਲ ਗਾਂਧੀ ਦਾ ਹੋ ਸਕਦਾ ਹੈ। ਪਰੰਤੂ ਨਤੀਸ਼ ਕੁਮਾਰ ਨੇ ਇਹ ਵੀ ਕਿਹਾ ਕਿ ਉਹ ਵੀ ਉਹਨਾਂ ਦਾ ਸਾਹਮਣੇ ਆ ਰਿਹਾ ਕਿ ਮੇਰੀ ਕੋਈ ਕਨਵੀਨਰ ਬਣਨ ਦੀ ਇੱਛਾ ਨਹੀਂ ਹੈ, ਕਿਉਂਕਿ ਮੈਂ ਤਾਂ ਸਿਰਫ ਪਾਰਟੀਆਂ ਜਿਹੜੀਆਂ ਭਾਜਪਾ ਵਿਰੋਧੀ ਪਾਰਟੀਆਂ ਨੇ ਸਾਰੀਆਂ ਨੂੰ ਇਕੱਠੇ ਕਰਨਾ ਚਾਹੁੰਦਾ, ਤੇ ਇਸ ਦੇ ਲਈ ਮੈਂ ਪੂਰੀ ਸ਼ਕਤੀ ਲਾਵਾਂਗਾ। ਇਹ ਉਹਨਾਂ ਦੇ ਵੱਲੋਂ ਕਿਹਾ ਗਿਆ ਹੈਗਾ। ਇਹਦੇ ਚੋਂ ਇਹੋ ਸੰਭਾਵਨਾਵਾਂ ਲੱਗਦੀਆਂ ਨੇ ਵੀ ਸ਼ਾਇਦ ਇਹ ਹੋ ਸਕਦਾ ਵੀ ਉਹਨਾਂ ਨੂੰ ਕਨਵੀਨਰ ਬਣਾ ਦਿੱਤਾ ਜਾਵੇ, ਪਰ ਜਿੱਥੋਂ ਤੱਕ ਸੰਭਾਵਨਾਵਾਂ ਲੱਗ ਰਹੀਆਂ ਨੇ ਉੱਥੇ ਪ੍ਰਧਾਨ ਮੰਤਰੀ ਦਾ ਚਿਹਰਾ ਜੇ ਰਾਹੁਲ ਗਾਂਧੀ ਨੂੰ ਹੀ ਬਣਾਇਆ ਜਾਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਜਿਹੜੀ ਇੱਕ ਅਦ੍ਰਿਸ਼ ਸ਼ਕਤੀਆਂ ਹੁੰਦੀਆਂ ਨੇ ਪਾਰਟੀਆਂ ਨੂੰ ਚਲਾਉਣ ਦੇ ਲਈ, ਇੱਕ ਸੱਤਾ ਨੂੰ ਚਲਾਉਣ ਦੇ ਲਈ, ਸੱਤਾ ਦੇ ਪਿੱਛੇ ਸ਼ਕਤੀਆਂ ਝੋਕਣ ਦੇ ਲਈ ਇੱਕ ਅਦ੍ਰਿਸ਼ ਸ਼ਕਤੀਆਂ ਵੀ ਹੈਗੀਆਂ, ਉਹ ਇਹ ਲੱਗਦੀਆਂ ਨੇ ਵੀ ਹੁਣ ਲਾਮਬੰਦੀ ਰਾਹੁਲ ਗਾਂਧੀ ਦੇ ਪਿੱਛੇ ਹੋ ਰਹੀ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਸਾਹਮਣੇ ਹੋ ਜਾਏਗਾ। ਜੀ ਪਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਨਤੀਸ਼ ਕੁਮਾਰ ਹੋਰਾਂ ਦਾ ਇੱਕ ਬਿਆਨ ਸਾਹਮਣੇ ਵੀ ਆਇਆ ਕਿ ਉਹਨਾਂ ਦੀ ਵਧੇਰੇ ਇੱਛਾ ਹੈ ਕਿ ਗੱਠਜੋੜ ਮਜ਼ਬੂਤ ਹੋਵੇ ਤੇ ਉਹਨਾਂ ਦੀ ਕਨਵੀਨਰ ਬਣਨ ਦੀ ਇੱਛਾ ਨਹੀਂ, ਪਰੰਤੂ ਦੂਜੇ ਬੰਨੇ ਲਾਲੂ ਪ੍ਰਸਾਦ ਯਾਦਵ, ਉਹਨਾਂ ਦਾ ਪਿਛਲੇ ਦਿਨੀ ਇੱਕ ਵੱਡਾ ਬਿਆਨ ਆਇਆ ਸੀ ਕਨਵੀਨੀਅਰ ਨੂੰ ਲੈ ਕੇ, ਇੰਡੀਆ ਗੱਠਜੋੜ ਦੇ ਨੂੰ, ਕਿ ਕਈ ਕਨਵੀਨੀਅਰ ਨਿਯੁਕਤ ਕੀਤੇ ਜਾਣਗੇ। ਤਾਂ ਕੋਈ ਇਦਾਂ ਦਾ ਵੀ ਫਿਰ ਸੰਕੇਤ ਜਾਂਦਾ ਹੈ ਕਿ ਸ਼ਾਇਦ ਇੱਕ ਤੋਂ ਵੱਧ ਇੱਕ ਗਰੁੱਪ, ਕਨਵੀਨਰ ਗਰੁੱਪ ਇੰਡੀਆ ਗੱਠਜੋੜ ਨੂੰ ਅੱਗੇ ਵਧਾਏ, ਉੱਤੇ ਨਿਯੁਕਤ ਕੀਤਾ ਜਾਵੇ। ਕੋਈ ਇਦਾਂ ਦਾ ਪਲਾਨ ਵੀ ਹੋ ਸਕਦਾ ਹੈ। ਜੀ ਡਾਕਟਰ ਸਾਹਿਬ। ਪਿੰਡਰ ਸਾਹਿਬ, ਕਿਉਂਕਿ ਜਦੋਂ ਕਿ ਇੰਡੀਆ ਜਿਹੜਾ ਗੱਠਜੋੜ ਹੈ ਬਹੁਤ ਪਾਰਟੀਆਂ ਨੇ, ਦੇ ਵਿੱਚ ਕਿੰਨੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ, 26 ਪਾਰਟੀਆਂ ਨੇ, ਤੇ ਇਹਦੇ ਵਿੱਚੋਂ ਮੁੱਖ ਜਿਹੜੀ ਧਿਰ ਹੈ ਕਾਂਗਰਸ ਪਾਰਟੀ ਹੈ। ਇਸ ਦੇ ਵਿੱਚ ਲਾਜ਼ਮੀ ਹੈ ਹਰੇਕ ਧਿਰ ਨੂੰ ਥੋੜਾ ਜੋ ਉਹਨਾਂ ਦਾ ਬਣਦਾ ਯੋਗਦਾਨ ਹੈ ਉਹਦੇ ਮੁਤਾਬਕ ਉਹਨਾਂ ਦੀ ਹਿੱਸੇਦਾਰੀ ਪਾ ਕੇ ਉਹਨਾਂ ਨੂੰ ਲੀਡਰਸ਼ਿਪ ਦੇ ਵਿੱਚ ਵੀ ਲਿਆਂਦਾ ਜਾ ਸਕਦਾ। ਇਹ ਹੋ ਸਕਦੀ ਹੈ ਕਲੈਕਟਿਵ ਲੀਡਰਸ਼ਿਪ ਵੀ ਉਭਾਰੀ ਜਾ ਸਕਦੀ ਹੈ। ਇਹਦੇ ਲਈ ਜਿਸ ਤਰ੍ਹਾਂ ਕਿ ਲਾਲੂ ਪ੍ਰਸਾਦ ਯਾਦਵ ਦਾ ਵੱਲੋਂ ਕਿਹਾ ਗਿਆ ਤੇ ਹੋਰ ਪਾਰਟੀਆਂ ਦੇ ਵੱਲੋਂ ਵੀ, ਸ਼ਿਵ ਸੈਨਾ ਵੱਲੋਂ ਵੀ ਹੈ, ਤੇ ਆਰਸੀ ਜਿਹੜੀ ਹੈਗੀ ਹੈ ਕਿ ਸ਼ਰਦ ਪਵਾਰ ਦੀ ਹੈ ਕਿ ਐਨਸੀਪੀ, ਉਹਨਾਂ ਦੇ ਵੀ ਕੋਈ ਉਮੀਦਵਾਰ ਹੋ ਸਕਦਾ ਹੈ। ਪਰੰਤੂ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਸਮੂਹਕ ਤੌਰ ਦੇ ਵਿੱਚ ਇਹ ਲੀਡਰਸ਼ਿਪ ਹੋਏਗੀ ਜਿਹੜੀ ਕਿ ਗੱਠਜੋੜ ਨੂੰ ਅੱਗੇ ਲਿਜਾਏਗੀ, ਤੇ ਇਹਦੇ ਵਿੱਚੋਂ ਜਿਹੜਾ ਪਾਰਟੀ ਦਾ ਗੱਠਜੋੜ ਦਾ ਜਿਹੜਾ ਪ੍ਰਧਾਨ ਮੰਤਰੀ ਦਾ ਚਿਹਰਾ ਹੈ ਉਹ ਵੀ ਉਭਾਰਿਆ ਜਾਵੇਗਾ। ਉਹਦੇ ਲਈ ਇਹ ਜ਼ਰੂਰੀ ਹੈ ਕਿਉਂਕਿ ਸਮਾਂ ਬਹੁਤ ਥੋੜਾ ਰਹਿ ਗਿਆ। ਜਿਸ ਤਰ੍ਹਾਂ ਕਿ ਮਮਤਾ ਬੈਨਰਜੀ ਨੇ ਕਿਹਾ ਹੀ ਹੈ ਕਿ ਦਸੰਬਰ ਦੇ ਵਿੱਚ ਵੀ ਚੋਣਾਂ ਕਰਾ ਸਕਦੇ ਨੇ, ਇਸ ਦੇ ਲਈ ਗੱਠਜੋੜ ਨੂੰ ਆਪਣਾ ਉਮੀਦਵਾਰ ਜਿਹੜਾ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਹੈ ਉਹਦਾ ਚਿਹਰਾ ਜ਼ਰੂਰ ਦਿਖਾਉਣਾ ਪਵੇਗਾ ਤਾਂ ਜੋ ਉਸਦੇ ਪਿੱਛੇ ਲਾਮਬੰਦੀ ਹੋ ਸਕੇ। ਇਹ ਬਿਲਕੁਲ ਹੋ ਵੀ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਕਿ ਰਾਹੁਲ ਗਾਂਧੀ ਜਿੱਥੇ ਵੀ ਜਾ ਰਿਹਾ ਉਹਦਾ ਪੂਰਾ ਫਿਕਸ ਪ੍ਰੋਗਰਾਮ ਹੁੰਦਾ, ਉਹ ਬੱਚਿਆਂ ਦੇ ਵਿੱਚ ਬੋਲਣਾ ਜਾਂ ਮਜ਼ਦੂਰਾਂ ਦੇ ਨਾਲ ਖੜਨਾ ਜਾਂ
ਕਿਸੇ ਵੀ ਜਗ੍ਹਾ ਤੇ ਜਾਣਾ ਹੈ ਉਹਦਾ ਪੂਰਾ ਸਾਰਾ ਨਿਸ਼ਚਿਤ ਕੀਤਾ ਹੋਇਆ ਹੈ। ਜਿਸ ਤਰ੍ਹਾਂ ਕਿ ਆਮ ਹੁੰਦਾ ਹੀ ਹੈ, ਜਿਵੇਂ ਕਿ ਇਸ ਤੋਂ ਪਹਿਲਾਂ ਮੋਦੀ ਨੂੰ ਉਭਾਰਿਆ ਜਾ ਰਿਹਾ ਸੀ, ਹੁਣ ਇਹ ਸ਼ਕਤੀਆਂ ਲੱਗ ਰਹੀਆਂ ਨੇ ਕਿ ਵੀ ਕੁਝ ਮੋਦੀ ਦੀ ਤਰ੍ਹਾਂ ਹੀ ਰਾਹੁਲ ਗਾਂਧੀ ਨੂੰ ਉਭਾਰ ਰਹੀਆਂ ਨੇ। ਜੀ ਭਿੰਦਰ ਸਾਹਿਬ। ਡਾਕਟਰ ਸਾਹਿਬ, ਦੂਜੇ ਬੰਨੇ ਕੁਝ ਸਿਆਸੀ ਚਿੰਤਕਾਂ ਦਾ ਪਿਛਲੇ ਸਮੇਂ ਇਹ ਵੀ ਦੇਵਾ ਸੀ ਕਿ ਜੇਕਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਚਿਹਰੇ ਵਜੋਂ ਵਿਰੋਧੀ ਧਿਰਾਂ ਅੱਗੇ ਲਿਆਉਂਦੀਆਂ ਨੇ ਤਾਂ ਇਹਦਾ ਭਾਜਪਾ ਨੂੰ ਬਹੁਤ ਵੱਡਾ ਫਾਇਦਾ ਹੈ। ਭਾਜਪਾ ਰਾਹੁਲ ਗਾਂਧੀ ਨੂੰ ਮਤਲਬ ਵੱਡੇ ਪੱਧਰ ਉੱਤੇ ਸਿਆਸੀ ਲਿਹਾਜ਼ ਤੋਂ ਨਿਗਲ ਸਕਣ ਦੇ ਸਮਰੱਥ ਮੰਨੀ ਜਾਂਦੀ, ਅਜਿਹਾ ਸਿਆਸੀ ਮਾਹਰਾਂ ਦਾ ਕਹਿਣਾ ਸੀ। ਖੈਰ, ਇੱਕ ਨਾਲ ਗੱਲ ਇਹ ਵੀ ਜੁੜਦੀ ਹੈ ਕਿਉਂਕਿ ਪਹਿਲਾਂ ਰਾਹੁਲ ਗਾਂਧੀ ਸਿਰਫ ਇੱਕ ਖੇਮੇ ਕਹਿ ਲਈਏ ਕਿ ਕਾਂਗਰਸ ਪਾਰਟੀ ਨਾਲ ਉਹਨਾਂ ਦਾ ਨਾਂ ਜੁੜਦਾ ਸੀ, ਕਾਂਗਰਸ ਪਾਰਟੀ ਦੇ ਉਹ ਆਗੂਆਂ ਦੇ ਵਿੱਚੋਂ ਸਨ। ਪਰੰਤੂ ਹੁਣ ਰਾਹੁਲ ਗਾਂਧੀ ਲਈ ਇੱਕ ਪੋਜ਼ਿਟਿਵ ਪੁਆਇੰਟ ਵੀ ਹੈ ਕਿ ਹੁਣ ਉਹ ਵੱਖ-ਵੱਖ ਜਿਹੜੀਆਂ ਹੋਰ ਵਿਰੋਧੀ ਧਿਰਾਂ ਨੇ, ਕਹਿ ਲਈਏ ਕਿ ਭਾਜਪਾ ਵਿਰੋਧੀ ਧਿਰਾਂ, ਉਹਨਾਂ ਦੀ ਵੀ ਨੁਮਾਇੰਦਗੀ ਕਰਨਗੇ ਤੇ ਅਜਿਹੇ ਦੇ ਨਾਲ ਰਾਹੁਲ ਗਾਂਧੀ ਦਾ ਜਿਹੜਾ ਪਹਿਲਾਂ ਵਾਲਾ ਕੱਦ ਹੈ ਉਹ ਨਹੀਂ ਰਹੇਗਾ। ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਰਾਹੁਲ ਗਾਂਧੀ ਦਾ ਜਿਹੜਾ ਹੁਣ ਚਿਹਰਾ ਹੈ ਉਹ ਪਹਿਲਾਂ ਨਾਲੋਂ ਮਜ਼ਬੂਤ ਹੋਇਆ, ਤਕੜਾ ਹੋਇਆ। ਜੀ ਡਾਕਟਰ ਸਾਹਿਬ। ਭਿੰਦਰ ਸਾਹਿਬ, ਇਹ ਰਾਜਨੀਤੀ ਦੇ ਵਿੱਚ ਬੜੇ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ। ਇਹੋ ਰਾਹੁਲ ਗਾਂਧੀ ਸੀ ਕਿ ਜਿਹੜਾ ਕਿ ਪਹਿਲਾਂ ਬਿਲਕੁਲ ਹੀ ਪਾਰਟੀ ਪ੍ਰਧਾਨਗੀ ਛੱਡ ਗਿਆ ਸੀਗਾ ਤੇ ਭਾਜਪਾ ਨੇ ਇੰਨਾ ਹਮਲਾਵਰ ਹੋ ਕੇ ਉਹਨਾਂ ਨੂੰ ਮੈਦਾਨ ਦੇ ਵਿੱਚੋਂ ਭਜਾਉਣ ਵਾਲਾ ਹੀ ਕਰ ਲਿਆ ਸੀ। ਪਰੰਤੂ ਹੁਣ ਜਿਵੇਂ ਕਿ ਰਾਹੁਲ ਗਾਂਧੀ ਪੂਰੇ ਜੋਸ਼ ਦੇ ਨਾਲ ਆਇਆ ਤੇ ਆਪਣੀ ਭਾਰਤ ਯਾਤਰਾ ਤੋਂ ਬਾਅਦ ਵਿਦੇਸ਼ ਯਾਤਰਾਵਾਂ ਦੇ ਵਿੱਚ ਤੇ ਹੁਣ ਜਿੰਨੀ ਸਰਗਰਮੀ ਦੇ ਨਾਲ ਉਹ ਆਪਣਾ ਹਮਲਾਵਰ ਰੁਖ ਵੀ ਦਿਖਾ ਰਿਹਾ ਤੇ ਦੂਸਰੇ ਜਿਹੜੇ ਗੱਠਜੋੜ ਦੇ ਵਿੱਚ ਵੀ ਆਪਣੇ ਆਪ ਨੂੰ ਸਰਵ ਪ੍ਰਵਾਨਿਤ ਲੀਡਰ ਦੇ ਤੌਰ ਤੇ ਬਣਦਾ ਨਜ਼ਰ ਆ ਰਿਹਾ ਹੈ। ਤੇ ਇਹਦੇ ਵਿੱਚੋਂ ਇਹੋ ਹੀ ਹੈ ਕਿਉਂਕਿ ਰਾਹੁਲ ਗਾਂਧੀ ਦੇ ਮੁਕਾਬਲੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਗੱਠਜੋੜ ਦੇ ਵਿੱਚ ਕੋਈ ਲੀਡਰ ਇਸ ਤਰ੍ਹਾਂ ਦਾ ਚਿਹਰਾ ਨਹੀਂ ਉੱਭਰਦਾ ਦਿਸ ਰਿਹਾ ਜਿਹੜਾ ਕਿ ਰਾਹੁਲ ਗਾਂਧੀ ਨੂੰ ਚੈਲੰਜ ਹੋਵੇ ਜਾਂ ਰਾਹੁਲ ਗਾਂਧੀ ਦੇ ਮੁਕਾਬਲਾ ਕਰ ਸਕਦਾ ਹੋਵੇ। ਇਹੋ ਹੀ ਕਾਰਨ ਹੈ ਕਿ ਜਿਹੜੀ ਬਸਪਾ ਦੀ ਸੁਪਰੀਮੋ ਮਾਇਆਵਤੀ ਜੀ ਵੱਲੋਂ ਵੀ ਆਪਣਾ ਹੁਣ ਇਹ ਕਿਹਾ ਗਿਆ ਕਿ ਮੈਂ 40 ਸੀਟਾਂ ਦੇ ਉੱਪਰ ਚੋਣ ਲੜਨਾ ਚਾਹੁੰਦੀ ਹਾਂ ਯੂਪੀ ਦੇ ਵਿੱਚ, ਫਿਰ ਮੈਂ ਇਹਦੇ ਬਾਰੇ ਗੱਠਜੋੜ ਦੇ ਵਿੱਚ ਆਉਣ ਦੀ ਸੋਚ ਸਕਦੀ ਹਾਂ। ਇਹ ਵੀ ਇੱਕ ਵੱਡਾ ਜਿਹੜਾ ਹੈਗਾ ਨਿਸ਼ਾਨਾ ਹੈਗਾ ਹੈ ਰਾਹੁਲ ਗਾਂਧੀ ਦੇ ਲਈ। ਪਰ ਡਾਕਟਰ ਸਾਹਿਬ, ਜਿਹੜੀ ਹੈ ਕੁਮਾਰੀ ਮਾਇਆਵਤੀ ਜੀ, ਇਸ ਤੋਂ ਪਹਿਲਾਂ ਤਾਂ ਉਹਨਾਂ ਦਾ ਸਟੈਂਡ ਸੀ ਕਿ ਉਹ ਇਕੱਲੇ ਤੌਰ ਤੇ ਚੋਣ ਲੜਨਗੇ। ਉਹਨਾਂ ਨੇ ਇੱਕ ਵਿੱਚ ਗੁੰਜਾਇਸ਼ ਇਹ ਰੱਖੀ ਸੀ ਕਿ ਪੰਜਾਬ ਦੇ ਵਿੱਚ ਕਿਸੇ ਨਾਲ ਗੱਠਜੋੜ ਹੋ ਸਕਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਬਸਪਾ ਦਾ ਅਕਾਲੀ ਦਲ ਨਾਲ ਗੱਠਜੋੜ ਪਹਿਲਾਂ ਹੈ ਹੀ ਹੈ। ਤਾਂ ਉਹ ਨੈਸ਼ਨਲ ਪੱਧਰ ਉੱਤੇ ਬਸਪਾ ਵੱਲੋਂ ਸੰਕੇਤ ਦੇ ਰਹੇ ਸਨ ਕਿ ਇਕੱਲੇ ਤੌਰ ਤੇ ਮੈਦਾਨ ਮੱਲੇਗੀ ਬਸਪਾ। ਅਜਿਹਾ ਬਿਆਨ ਵਾਰ-ਵਾਰ ਕੁਮਾਰੀ ਮਾਇਆਵਤੀ ਵੱਲੋਂ ਆਉਂਦਾ ਰਿਹਾ। ਪਰੰਤੂ ਜਿਹੜੀ ਗੱਲ ਹੁਣ ਤੁਸੀਂ ਦੱਸ ਰਿਹਾ ਹੋ ਕਿ ਉਹਨਾਂ ਨੇ ਇੱਕ ਜਿਹੜੀ ਸ਼ਰਤ ਰੱਖੀ ਹੈ ਇੰਡੀਆ ਗੱਠਜੋੜ ਕੇ ਉਹਨਾਂ ਨੂੰ ਯੂਪੀ ਦੇ ਵਿੱਚੋਂ 40 ਸੀਟਾਂ ਉਹਨਾਂ ਨੂੰ ਪ੍ਰਦਾਨ ਕੀਤੀਆਂ ਜਾਣ, ਤਾਂ ਫਿਰ ਸਮਾਜਵਾਦੀ ਪਾਰਟੀ ਨਾਲ ਇੱਕ ਵੱਡੇ ਸਿੰਘ ਫਸਣ ਦੀ ਸੰਭਾਵਨਾ ਡਾਕਟਰ ਸਾਹਿਬ, ਕਿਉਂਕਿ ਯੂਪੀ ਇੱਕ ਅਜਿਹਾ ਰਾਜ ਹੈ ਜਿੱਥੇ ਸਮਾਜਵਾਦੀ ਪਾਰਟੀ ਦਾ ਇੱਕ ਵੱਡਾ ਆਧਾਰ ਹੈ ਤੇ ਬਸਪਾ ਵੀ ਉਸ ਖੇਤਰ ਨੂੰ ਵੱਡੇ ਪੱਧਰ ਉੱਤੇ ਬਿਲੋਂਗ ਰੱਖਦੀ ਹੈ, ਕਰਦੀ ਹੈ। ਤਾਂ ਫਿਰ ਇੰਡੀਆ ਗੱਠਜੋੜ ਦੇ ਵਿੱਚ ਕਈ ਤਰ੍ਹਾਂ ਦੇ ਵੱਡੇ ਜਿਹੜੇ ਹੈ ਮਗੋਰੇ, ਉਹਨਾਂ ਉੱਤੇ ਵੱਡੇ ਪੱਧਰ ਉੱਤੇ ਵਿਚਾਰਨ ਦੀ ਲੋੜ ਹੋਵੇਗੀ। ਜੀ ਡਾਕਟਰ ਸਾਹਿਬ। ਪਿੰਡ ਸਾਹਿਬ, ਇਹ ਬਿਲਕੁਲ ਰਾਜਨੀਤੀ ਦੇ ਵਿੱਚ ਬਦਲਦੀਆਂ ਸਮੀਕਰਨਾਂ ਦਾ ਕੋਈ ਪਤਾ ਨਹੀਂ ਲੱਗਦਾ। ਕੁਮਾਰੀ ਮਾਇਆਵਤੀ ਨੇ ਦੇਖਿਆ ਹੋਵੇ, ਬੇਸ਼ੱਕ ਉਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਸੀ ਕਿ ਅਸੀਂ ਇਕੱਲੇ ਹੀ ਲੜਾਂਗੇ ਤੇ ਪ੍ਰਧਾਨ ਮੰਤਰੀ ਦਾ ਚਿਹਰਾ ਵੀ ਐਲਾਨ ਕਰ ਦਿੱਤਾ ਗਿਆ ਸੀ ਤੇ ਮਾਇਆਵਤੀ ਪ੍ਰਧਾਨ ਮੰਤਰੀ ਦਾ ਚਿਹਰਾ ਹੋਣਗੇ। ਹਾਂ, ਬਿਲਕੁਲ। ਪਰੰਤੂ ਹੁਣ ਕਿਉਂਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਦੇਖਿਆ, ਗਰਾਊਂਡ ਰਿਐਲਿਟੀ ਨੂੰ ਸਮਝਿਆ ਹੋਊਗਾ ਤੇ ਜਿੰਨਾ ਕੁ ਉਹਨਾਂ ਨੂੰ ਰਿਸਪੌਂਸ ਮਿਲਦਾ ਹੋਊਗਾ, ਇਹਦੇ ਵਿੱਚ ਉਹਨਾਂ ਨੂੰ ਲੱਗਿਆ ਹੋਣਾ ਵੀ ਇਹ ਸੰਭਵ ਨਹੀਂ, ਇਸ ਦੇ ਲਈ ਗੱਠਜੋੜ ਦੇ ਵਿੱਚ ਸ਼ਾਮਲ ਹੋਣਾ ਹੀ ਬਿਹਤਰ ਰਹੇਗਾ। ਇਸ ਕਰਕੇ ਉਹਨਾਂ ਨੇ ਆਪਣਾ ਇਹ ਸਟੈਂਡ ਬਦਲਿਆ ਤੇ ਇਹ ਕਿਹਾ ਵੀ 40 ਸੀਟਾਂ ਤੇ ਅਸੀਂ ਲੜਨਾ ਚਾਹਾਂਗੇ। ਹੁਣ ਦੇਖਣਾ ਹੋਊਗਾ ਕਿ ਗੱਠਜੋੜ ਜਿਹੜਾ ਹੈਗਾ ਇੰਡੀਆ ਗੱਠਜੋੜ ਮੁੰਬਈ ਦੇ ਵਿੱਚ ਇਸ ਆਫਰ ਨੂੰ ਜਾਂ ਉਹਨਾਂ ਦੇ ਸੰਕੇਤ ਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਦਿੰਦਾ ਤੇ ਕਿਸ ਤਰ੍ਹਾਂ ਇਹਨੂੰ ਲੈਂਦਾ। ਜੇਕਰ ਇਹ ਹੁੰਦਾ ਤਾਂ ਇਹ ਵੀ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਆਪਣੇ ਹੋਰ ਢੰਗ ਦੇ ਨਾਲ ਸੋਚੇ ਤੇ ਉਹਨਾਂ ਦੇ ਜਿਹੜੇ ਗੱਠਜੋੜ ਨੇ ਉਹ ਹੋਰ ਤਰ੍ਹਾਂ ਬਣਾਵੇ। ਜਿਵੇਂ ਕਿ ਨਾਨਾ ਪਟੋਲੇ ਨੇ ਇਹ ਵੀ ਕਿਹਾ ਕਿ ਸਾਡੀ ਜਿਹੜੀ ਮੁੰਬਈ ਮੀਟਿੰਗ ਹੋਣੀ ਹੈ ਉਹਦੇ ਵਿੱਚ ਐਨਡੀਏ ਦੇ ਵਿੱਚੋਂ ਵੀ ਕੁਝ ਪਾਰਟੀਆਂ ਜਾਂ ਗੱਠਜੋੜ ਦੇ ਵਿੱਚ ਸ਼ਾਮਲ ਹੋਣਗੀਆਂ, ਅਸੀਂ ਹੋਰ ਵਧਾਵਾਂਗੇ, ਜਿਹੜੇ 26 ਤੋਂ ਵੀ ਵੱਧ ਸਾਡੇ ਨਾਲ ਪਾਰਟੀਆਂ ਹੋਣਗੀਆਂ। ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਠਕ ਪਟਕ ਹੁੰਦੀ ਰਹੇਗੀ। ਪਰੰਤੂ ਜਿੱਥੋਂ ਤੱਕ ਇਹ ਲੱਗ ਰਿਹਾ ਵੀ ਇਹ ਇੰਡੀਆ ਗੱਠਜੋੜ ਆਪਣੇ ਹੁਣ ਉਦੈ ਹੋ ਰਿਹਾ, ਅੱਗੇ ਵੱਧ ਰਿਹਾ ਹੈਗਾ, ਇਹ ਉਹਦੇ
ਵਧਣ ਦੀਆਂ ਨਿਸ਼ਾਨੀਆਂ ਦਰਸਾ ਰਹੀਆਂ ਨੇ। ਜੀ ਪਿੰਦਰ ਸਾਹਿਬ। ਡਾਕਟਰ ਸਾਹਿਬ, ਆਪਾਂ ਯੂਪੀ ਦਾ ਜ਼ਿਕਰ ਕਰ ਰਹੇ ਹਾਂ, ਉੱਤਰ ਪ੍ਰਦੇਸ਼ ਦਾ, ਤਾਂ ਉੱਤਰ ਪ੍ਰਦੇਸ਼ ਦੀਆਂ ਕਈ ਪਾਰਟੀਆਂ ਜਿਹੜੀਆਂ ਲੀਡਿੰਗ ਪਾਰਟੀਆਂ ਨੇ, 1 2 3 ਉੱਤੇ ਸਟੈਂਡ ਰੱਖ ਰਹੀਆਂ ਨੇ ਜਾਂ ਸੀਰੀਜ਼ ਵਾਈਜ਼, ਤਾਂ ਉਹ ਪਹਿਲਾਂ ਇੰਡੀਆ ਗੱਠਜੋੜ ਦੇ ਵਿੱਚ ਉਹ ਸ਼ਾਮਲ ਨੇ। ਤਾਂ ਫਿਰ ਇੱਕ ਹੋਰ ਪਾਰਟੀ ਬਸਪਾ ਜੇਕਰ ਸ਼ਾਮਲ ਹੁੰਦੀ ਹੈ ਤਾਂ ਇੰਡੀਆ ਗੱਠਜੋੜ ਨੂੰ ਯੂਪੀ ਸੰਭਾਲਣਾ ਹੀ ਬੜਾ ਔਖਾ ਹੋ ਜਾਣਾ ਹੈ। ਯੂਪੀ ਉਹਦੇ ਲਈ ਇੱਕ ਵੱਖਰੀ ਤਰ੍ਹਾਂ ਦਾ ਵਕਤ ਪਾਉਣ ਦੀ ਗੱਲ ਲਿਆ ਸਕਦਾ ਹੈ, ਤੇ ਸ਼ਾਇਦ ਇਹ ਮਾਮਲਾ ਹੁਣ ਅੱਗੇ ਕਿਵੇਂ ਵੱਧਦਾ, ਇਹ ਬੜਾ ਗੰਭੀਰ ਮਾਮਲਾ ਹੈ ਕਿ ਬਸਪਾ ਜੇਕਰ ਇੰਡੀਆ ਗੱਠਜੋੜ ਵੱਲ ਉਹਦਾ ਅਲਾਰ ਹੈ ਤਾਂ ਇਹ ਕਿਵੇਂ ਵਿੱਚ ਸਮਾਏਗੀ। ਡਾਕਟਰ ਸਾਹਿਬ, ਤੁਸੀਂ ਇਸ ਗੱਲ ਨੂੰ ਦੇਖਿਓ ਕਿ ਕਈ ਰਾਜਾਂ ਦੇ ਵਿੱਚ ਕਈ ਪਾਰਟੀਆਂ ਜਦੋਂ ਇੱਕ ਖੇਮੇ ਦੇ ਵਿੱਚ ਹੋਣ ਤਾਂ ਉਹ ਪਹਿਲਾਂ ਆਪਸ ਵਿੱਚ ਭਿੜਨਗੀਆਂ। ਜਦੋਂ ਇਹ ਭੇੜ ਹੋਏਗਾ ਤਾਂ ਨੈਚੁਰਲੀ ਇੱਕ ਵਿਰੋਧੀ ਧਿਰਾਂ ਉਹਦਾ ਵੱਡਾ ਫਾਇਦਾ ਲੈ ਸਕਣ। ਪੰਜਾਬ ਦੀ ਜੇਕਰ ਆਪਾਂ ਗੱਲ ਕਰ ਲਈਏ, ਇੱਥੇ ਸਦਾ ਧਿਰ ਹੈ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ, ਦੋਨੇ ਹੀ ਇੰਡੀਆ ਗੱਠਜੋੜ ਦੇ ਵਿੱਚ ਸ਼ਾਮਲ ਨੇ। ਹੁਣ ਮੁੰਬਈ ਦੇ ਵਿੱਚ ਹੋ ਰਹੀ ਬੈਠਕ ਇੰਡੀਆ ਗੱਠਜੋੜ ਦੀ ਜਿਹੜੀ ਮੁੰਬਈ 'ਚ ਹੋ ਰਹੀ ਹੈ, ਪੰਜਾਬ ਪ੍ਰਦੇਸ਼ ਕਾਂਗਰਸ ਲਈ ਇੱਕ ਬੜਾ ਵੱਡਾ ਇਮਤਿਹਾਨ ਹੈ, ਕਿਉਂਕਿ ਮੁੰਬਈ ਗੱਠਜੋੜ ਦੇ ਵਿੱਚ ਜੇਕਰ ਸੀਟਾਂ ਦੀ ਵੰਡ ਤੈਅ ਹੁੰਦੀ ਹੈ ਜਾਂ ਇਹ ਮਾਮਲਾ ਅੱਗੇ ਵੱਧਦਾ ਹੈ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਲਈ ਇੱਕ ਵੱਡੀ ਨਮੋਸ਼ੀ ਵੀ ਹੈ, ਕਿਉਂਕਿ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਵਾਰ-ਵਾਰ ਕਹਿ ਰਹੀ ਹੈ ਕਿ ਅਸੀਂ ਸਾਰੀਆਂ ਪੰਜਾਬ ਦੀਆਂ ਸੀਟਾਂ ਉੱਤੇ ਚੋਣ ਲੜਨੀ ਹੈ, ਜਦੋਂ ਕਿ ਇੰਡੀਆ ਗੱਠਜੋੜ ਦੀ ਲੀਡਰਸ਼ਿਪ ਇਨਕਲੂਡ ਕਾਂਗਰਸ ਆਪ, ਉਹਨਾਂ ਵੱਲੋਂ ਅਜਿਹਾ ਬਿਆਨ ਕਈ ਵਾਰ ਆ ਚੁੱਕਾ ਹੈ ਕਿ ਨਹੀਂ, ਇੰਡੀਆ ਗੱਠਜੋੜ ਦੇ ਵਿੱਚ ਕਾਂਗਰਸ ਤੇ ਆਪ ਰਲ ਕੇ ਚੋਣਾਂ ਲੜਨਗੀਆਂ। ਜੀ ਡਾਕਟਰ ਸਾਹਿਬ। ਭਿੰਦਰ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਕਈ ਰਾਜਾਂ ਦੇ ਵਿੱਚ ਆਪਸੀ ਟਕਰਾਅ ਵਾਲੀਆਂ ਪਾਰਟੀਆਂ ਵੀ ਗੱਠਜੋੜ ਦੇ ਵਿੱਚ ਸ਼ਾਮਲ ਨੇ। ਜਿਹੜੀ ਪੰਜਾਬ ਦੀ ਅਤੇ ਦਿੱਲੀ ਦੀ ਸਥਿਤੀ ਹੈ, ਜਿਸ ਤਰ੍ਹਾਂ ਕਿ ਕਾਂਗਰਸ ਨੂੰ ਸਾਹਮਣਾ ਕਰਨਾ ਪਿਆ, ਵਿਰੋਧ ਦਾ ਸਾਹਮਣਾ ਕਰਨਾ ਪਿਆ, ਉਹਦੇ ਤੋਂ ਇਹ ਵੀ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ, ਜਿਹੜੀ ਨੇ ਜ਼ੋਰ ਪਾ ਕੇ ਕਿਹਾ ਸੀ, ਪਰੰਤੂ ਪਿਛਲੇ ਸਮੇਂ ਦੌਰਾਨ ਕਾਰਜਕਾਰਨੀ ਜਿਹੜੀ ਬਣੀ ਹੈ ਕਾਂਗਰਸ ਪਾਰਟੀ ਦੇ ਵਿੱਚ, ਉਹਦੇ ਵਿੱਚ ਉਹ ਵਿਅਕਤੀ ਜਿਹੜੇ ਲੀਡਰ ਸੀ ਜਿਨ੍ਹਾਂ ਨੇ ਵਿਰੋਧ ਕੀਤਾ ਸੀ, ਉਹਨਾਂ ਨੂੰ ਸਥਾਨ ਮਿਲ ਗਿਆ ਹੈ, ਜਿਸ ਤਰ੍ਹਾਂ ਦਿੱਲੀ ਤੋਂ ਵੀ ਤੇ ਪੰਜਾਬ ਦੇ ਵਿੱਚੋਂ ਵੀ। ਇਹਦੇ ਤੋਂ ਇਹ ਲੱਗਦਾ ਵੀ ਹਾਈ ਕਮਾਂਡ ਥੋੜਾ ਆਪਣਾ ਪੈਰ ਪਿੱਛੇ ਖਿੱਚੇਗੀ, ਅਤੇ ਇਹ ਵੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੇ ਵਿੱਚ ਕੁਝ ਥੋੜਾ ਮੋਟਾ ਹੋਰ ਬਦਲਾਅ ਵੀ ਹੋ ਸਕਦਾ ਹੈ। ਅਤੇ ਜੇਕਰ ਬਸਪਾ ਇਸ ਗੱਠਜੋੜ ਦੇ ਵਿੱਚ ਸ਼ਾਮਲ ਹੁੰਦੀ ਹੈ ਤਾਂ ਇਹ ਵੀ ਸੰਭਾਵਨਾਵਾਂ ਨੇ ਆਮ ਆਦਮੀ ਪਾਰਟੀ ਇਸ ਗੱਠਜੋੜ ਦੇ ਵਿੱਚੋਂ ਬਾਹਰ ਵੀ ਆ ਸਕਦੀ ਹੈ। ਇਹ ਕਿਹਾ ਸਰਾਈਆਂ ਸੋਚੀਆਂ ਜਾ ਸਕਦੀਆਂ ਨੇ। ਜਿਸ ਤਰ੍ਹਾਂ ਤੁਸੀਂ ਯੂਪੀ ਦੇ ਵਿੱਚ ਕਿਹਾ ਕਿ ਸਮਾਜਵਾਦੀ ਪਾਰਟੀ ਔਰ ਬਸਪਾ ਦਾ ਇੱਕੋ ਇੱਕ ਕਰਮ ਭੂਮੀ ਆ, ਉੱਥੇ ਉਹਨਾਂ ਦੀ ਸੀਟਾਂ ਦੀ ਵੰਡ ਵਡਾਰਾ ਕਿਸ ਤਰ੍ਹਾਂ, ਕਿਉਂਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਆਪਸ ਦੇ ਵਿੱਚ ਉਹਨਾਂ ਦਾ ਗੱਠਜੋੜ ਪਹਿਲਾਂ ਵੀ ਰਿਹਾ ਹੈ ਤੇ ਕਈ ਵਾਰ ਉਹਨਾਂ ਦੀ ਨੇੜਤਾ ਵੀ ਹੁੰਦੀ ਹੈ, ਤੇ ਇਹ ਵੀ ਸੰਭਾਵਨਾਵਾਂ ਹੋ ਸਕਦੀਆਂ ਨੇ ਉਹ ਵਡੇਰੇ ਹਿੱਤਾਂ ਦੇ ਲਈ ਭਾਜਪਾ ਨੂੰ ਮਾਤ ਦੇਣ ਦੇ ਲਈ ਆਪਣੀਆਂ ਲੈਣ ਦੇਣ ਕਰ ਸਕਦੇ ਨੇ, ਤੇ ਕਾਂਗਰਸ ਵੀ ਉਹਦੇ ਵਿੱਚ ਸੰਭਾਵਨਾਵਾਂ ਬਣਦੀਆਂ ਨੇ। ਇਹੋ ਹਾਲ ਪੰਜਾਬ ਦੇ ਵਿੱਚ ਹੋ ਸਕਦਾ। ਪੰਜਾਬ ਦੇ ਵਿੱਚ ਜੇ ਹੁਣ ਇਸ ਤਰ੍ਹਾਂ ਦਾ ਅਲਾਇੰਸ ਦੁਬਾਰਾ ਬਣਦਾ ਹੈ, ਗੱਠਜੋੜ ਦੇ ਵਿੱਚ ਹੁੰਦਾ ਹੈ, ਤਾਂ ਅਕਾਲੀ ਦਲ ਤੇ ਭਾਜਪਾ ਦਾ ਨੇੜੇ ਆਉਣਾ ਹੋਰ ਸੰਭਾਵਨਾਵਾਂ ਲੱਗਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਸੰਭਾਵਨਾਵਾਂ ਉਤਪੰਨ ਹੋ ਸਕਦੀਆਂ। ਡਾਕਟਰ ਸਾਹਿਬ, ਇੰਡੀਆ ਗੱਠਜੋੜ ਦਾ ਜਿਵੇਂ ਥੋੜਾ ਜਿਹਾ ਰਫਤਾਰ ਵਾਲਾ ਮਾਮਲਾ ਅੱਗੇ ਵਧਿਆ ਤਾਂ ਕਾਂਗਰਸ ਵੱਡੇ ਉਤਸ਼ਾਹ ਦੇ ਵਿੱਚ, ਕਿਉਂਕਿ ਇਸ ਧਿਰ ਦੇ ਵਿੱਚ ਕਾਂਗਰਸ ਇੱਕ ਵੱਡੀ ਪਾਰਟੀ ਹੈ, ਨੈਸ਼ਨਲ ਪਾਰਟੀ। ਪੂਰੇ ਰਾਜਾਂ ਦੇ ਵਿੱਚ ਕਾਂਗਰਸ ਦੀਆਂ ਜਿਹੜੀਆਂ ਇਕਾਈਆਂ ਨੇ ਦਮਦਾਰ ਪੋਜੀਸ਼ਨ ਦੇ ਵਿੱਚ ਵੀ ਨੇ, ਤੇ ਸੋਨੀਆ ਗਾਂਧੀ ਵੀ ਮੁੰਬਈ ਦੇ ਵਿੱਚ ਜਾ ਰਹੇ ਨੇ। ਹਾਲਾਂਕਿ ਸੋਨੀਆ ਗਾਂਧੀ ਕਾਂਗਰਸ ਦੇ ਬਹੁਤ ਵੱਡੇ ਪ੍ਰੋਗਰਾਮਾਂ ਦੇ ਵਿੱਚ ਹੀ ਆਪਣੀ ਹਾਜ਼ਰੀ ਭਰਦੇ ਨੇ, ਤੇ ਉਹਨਾਂ ਦੀ ਜਿਹੜੀ ਹੈ ਮੁੰਬਈ ਦੇ ਵਿੱਚ ਹੋ ਰਹੀ ਬੈਠਕ ਜਿਹੜੀ ਇੰਡੀਆ ਗੱਠਜੋੜ ਦੀ ਹੈ, ਉਹਦੇ ਵਿੱਚ ਹਾਜ਼ਰੀ ਵੀ ਬਣ ਰਹੀ ਹੈ। ਡਾਕਟਰ ਸਾਹਿਬ, ਇਹਦੇ ਤੋਂ ਵੱਡਾ ਸੰਕੇਤ ਇਹ ਹੈ ਕਿ ਕਾਂਗਰਸ ਇੰਡੀਆ ਗੱਠਜੋੜ ਦੇ ਜਿਹੜੀ ਕਨਵੀਨਰ ਦਾ ਮਾਮਲਾ ਹੈ ਉਹਨੂੰ ਹੱਥੋਂ ਨਹੀਂ ਜਾਣਦੇ। ਕੀ ਸਮਝਦੇ ਹੋ ਡਾਕਟਰ ਸਾਹਿਬ ਤੁਸੀਂ? ਭਿੰਦਰ ਸਾਹਿਬ, ਇਹ ਬਿਲਕੁਲ ਸੰਭਾਵਨਾਵਾਂ ਹੈਗੀਆਂ, ਪਰ ਕਿਉਂਕਿ ਜਿਸ ਤਰ੍ਹਾਂ ਕਿ ਸੋਨੀਆ ਗਾਂਧੀ ਜਾ ਰਹੀ ਹੈ, ਜਦੋਂ ਪਹਿਲਾਂ ਵੀ ਗੱਠਜੋੜ ਬਣਿਆ ਸੀ ਪਿਛਲੇ ਸਮੇਂ ਦੇ ਦੌਰਾਨ, ਜਦੋਂ ਕਿ ਗੱਠਜੋੜ ਦੀ ਸਰਕਾਰ ਬਣੀ ਸੀ ਸਰਦਾਰ ਮਨਮੋਹਨ ਸਿੰਘ ਜੀ ਵੇਲੇ, ਉਸ ਵੇਲੇ ਵੀ ਸੋਨੀਆ ਗਾਂਧੀ ਕਨਵੀਨਰ ਸਨ, ਤੇ ਇਹ ਗੱਲ ਦੀਆਂ ਸੰਭਾਵਨਾਵਾਂ ਲੱਗਦੀਆਂ ਨੇ। ਤੇ ਹੋ ਸਕਦਾ ਹੈ ਬਈ ਕਾਂਗਰਸ ਪਾਰਟੀ ਆਪਣੇ ਪਾਸ ਹੀ ਹੱਥ ਰੱਖੇ, ਪਰ ਜਿਵੇਂ ਕਿ ਹੁਣ ਮੁਕਾਬਲਾ ਹੈ ਐਨਡੀਏ ਦੇ ਨਾਲ, ਜਿੱਦਾਂ ਕਿ ਜਿਹੜੀ ਕਿ ਬਹੁਤ ਹੀ ਵੱਡੀ ਹਮਲਾਵਰ ਹੈ, 10 ਸਾਲ 9 ਸਾਲ ਤੋਂ ਰਾਜ ਕਰ ਰਹੀ ਹੈ ਕੇਂਦਰ ਦੇ ਵਿੱਚ, ਹੁਣੇ ਚੰਦਰਮਾ ਦੇ ਉੱਪਰ ਆਪਣਾ ਚੰਦਰਯਾਨ ਭੇਜਿਆ, ਉਹਦਾ ਵੀ ਕੈਸ਼ ਕਰਾਉਣਾ ਚਾਹੁੰਦੇ ਨੇ, ਤੇ ਕਾਂਗਰਸ ਪਾਰਟੀ ਵੀ ਚੰਦਰਯਾਨ ਦਾ
ਮਤਲਬ ਫਾਇਦਾ ਲੈਣਾ ਚਾਹੁੰਦੇ ਨੇ, ਉਹ ਵੀ ਇਸ ਤਰ੍ਹਾਂ ਦੀ ਜਿੰਨੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ, ਜਿੰਨੀ ਸ਼ਲਾਘਾ ਕੀਤੀ ਹੈ, ਉਹਦੇ ਤੋਂ ਉਹ ਵੀ ਫਾਇਦਾ ਉਠਾਉਣਾ ਚਾਹੁੰਦੇ ਨੇ। ਇਸ ਦੇ ਲਈ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ ਵੀ ਆਪਣਾ ਕਨਵੀਨਰਸ਼ਿਪ ਤੋਂ ਨਾ ਪਿੱਛੇ ਹਟੇ, ਕਿਉਂਕਿ ਉਹਨਾਂ ਨੇ ਜੇ ਕਿ ਮੁੱਖ ਮੁਕਾਬਲਾ, ਜੇ ਮੁੱਖ ਚੈਲੰਜ ਸੀ ਤਾਂ ਨੀਤੀਸ਼ ਕੁਮਾਰ ਦਾ ਸੀ, ਤੇ ਨੀਤੀਸ਼ ਕੁਮਾਰ ਖੁਦ ਆਪ ਕਹਿ ਚੁੱਕੇ ਨੇ ਕਿ ਮੇਰਾ ਕਨਵੀਨਰ ਬਣਨ ਦਾ ਕੋਈ ਇੱਛਾ ਹੀ ਨਹੀਂ ਹੈ, ਤੇ ਮੈਂ ਤਾਂ ਸਗੋਂ ਵਿਰੋਧੀ ਪਾਰਟੀਆਂ ਨੂੰ ਇਕੱਠੀਆਂ ਕਰਨਾ ਚਾਹੁੰਦਾ, ਜਿਹੜਾ ਕਿ ਭਾਜਪਾ ਨੂੰ ਟੱਕਰ ਦੇ ਸੀ। ਡਾਕਟਰ ਸਾਹਿਬ, ਇੰਡੀਆ ਦੀ ਅਰਥ ਵਿਵਸਥਾ ਦੇ ਵਿੱਚ ਟਾਪ 3 ਦਾ ਗੇਅਰ ਲਾਇਆ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ। ਜਿਹੜੀਆਂ ਜਨ ਸਭਾਵਾਂ ਦੇ ਵਿੱਚ ਪ੍ਰਧਾਨ ਮੰਤਰੀ ਆਪਣੀ ਐਡਰੈਸ ਕਰ ਰਹੇ ਨੇ, ਸੰਬੋਧਨ ਕਰ ਰਹੇ ਨੇ, ਤਾਂ ਬੜੇ ਵੱਡੇ ਪੱਧਰ ਉੱਤੇ ਪ੍ਰਚਾਰ ਰਹੇ ਨੇ ਕਿ ਅਗਲੇ ਕੁਝ ਸਮੇਂ ਦੇ ਵਿੱਚ ਭਾਰਤ ਦੀ ਜਿਹੜੀ ਅਰਥ ਵਿਵਸਥਾ ਹੈ ਉਹ ਟੌਪ 3 ਦੇ ਵਿੱਚ, ਕਹਿਣ ਦਾ ਭਾਵ ਕਿ ਦੁਨੀਆ ਦੇ 3 ਦੇਸ਼ਾਂ ਦੇ ਵਿੱਚ ਭਾਰਤ ਸ਼ਾਮਲ ਹੋਏਗਾ। ਕੀ ਇਹ ਵੀ ਇੱਕ ਚੁਣਾਵੀ ਏਜੰਡਾ ਹੈ? ਤਾਂ ਜੇਕਰ ਇਹਨੂੰ ਚੁਣਾਵੀ ਏਜੰਡਾ ਮੰਨਿਆ ਜਾਵੇ, ਕਿ ਇਹ ਲੋਕਾਂ ਉੱਤੇ ਅਸਰਦਾਇਕ ਸਾਬਤ ਹੋਏਗਾ? ਤੇ ਦੂਜੇ ਬੰਨੇ ਡਾਕਟਰ ਸਾਹਿਬ, ਇੱਕ ਹੋਰ ਵੀ ਮਾਮਲਾ ਉਸ ਕੀ ਸਾਹਮਣੇ ਆ ਰਿਹਾ ਹੈ ਕਿ ਜਿੱਥੇ ਇੰਡੀਆ ਗੱਠਜੋੜ ਵੱਲੋਂ ਜਿਹੜੀਆਂ ਬੈਠਕਾਂ ਰੱਖੀਆਂ ਜਾ ਰਹੀਆਂ ਨੇ ਵੱਡੇ ਪੱਧਰ ਉੱਤੇ, ਨੈਸ਼ਨਲ ਪੱਧਰ ਦੀਆਂ, ਉਹਨਾਂ ਨੂੰ ਵੱਡੇ ਪੱਧਰ ਉੱਤੇ ਪ੍ਰਚਾਰ ਵਜੋਂ ਲਿਆਂਦਾ ਜਾ ਰਿਹਾ ਹੈ, ਪਰੰਤੂ NDA ਵੱਲੋਂ ਗੁਪਤ ਤੌਰ ਉੱਤੇ ਅਜਿਹੀਆਂ ਬੈਠਕਾਂ ਦਾ ਸਿਲਸਿਲਾ ਤੋਰਿਆ ਹੋਇਆ ਹੈ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਇਹ ਤਾਂ ਬਿਲਕੁਲ ਸਹੀ ਹੈ ਕਿ ਜਿਹੜਾ ਅਰਥ ਵਿਵਸਥਾ ਦਾ ਮਾਮਲਾ ਹੈ, NDA ਇਹਨੂੰ ਆਪਣਾ ਇੱਕ ਚੁਣਾਵੀ ਏਜੰਡਾ ਜ਼ਰੂਰ ਬਣਾਵੇਗੀ। ਇਹ ਨਿਰਸੰਦੇਹ ਬੇਸ਼ੱਕ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਦਾ ਜਿਹੜਾ ਗਰੋਥ ਹੋ ਰਹੀ ਹੈ, GDP ਹੈ, ਤੇ ਉਹ ਤਾਂ ਆਪਣੇ ਆਪ ਹੀ ਵੱਧ ਰਿਹਾ ਹੈਗਾ। ਉਹ ਉੱਥੇ ਭਾਰਤ ਨੇ ਪਹੁੰਚਣਾ ਹੀ ਪਹੁੰਚਣਾ। ਜਿਹੜੀਆਂ ਕੌਮਾਂਤਰੀ ਹਾਲਤਾਂ ਨੇ ਉਹਨਾਂ ਦੇ ਮੁਤਾਬਕ ਭਾਰਤ ਦੀ ਅਰਥ ਵਿਵਸਥਾ ਨੇ ਵਧਣਾ ਹੀ ਵਧਣਾ ਹੈ, ਪਰੰਤੂ ਕੀ ਦੇਖਿਆ ਜਾਵੇ ਪਰ ਕੈਪੀਟਲ ਇਨਕਮ ਵੱਧ ਰਹੀ ਹੈ, ਉਹ ਨਹੀਂ ਵੱਧ ਰਹੀ, ਉਹ ਕੁਝ ਹੱਥਾਂ ਦੇ ਵਿੱਚ ਕੇਂਦਰਿਤ ਹੋ ਰਹੀ ਹੈ। ਤੇ ਦੇਖਣ ਵਾਲੀ ਗੱਲ ਤਾਂ ਇਹ ਹੈ। ਤੇ ਪਰ ਜਿਹੜੀਆਂ ਕੌਮਾਂਤਰੀ ਹਾਲਤਾਂ ਨੇ, ਕੌਮਾਂਤਰੀ ਪਰਿਸਥਿਤੀਆਂ ਨੇ, ਉਹ ਵੀ ਆਪਣਾ ਪੂਰਾ ਰੋਲ ਅਦਾ ਕਰਨਗੀਆਂ, ਪੂਰੀ ਭੂਮਿਕਾ ਅਦਾ ਕਰਨਗੀਆਂ, ਕਿਉਂਕਿ ਜਿਸ ਤਰ੍ਹਾਂ ਭਾਰਤ ਦੇ ਉਤਪਾਦਾਂ ਦਾ ਯੂਰਪੀ ਮੰਡੀ ਦੇ ਵਿੱਚ ਰੌਲਾ ਪਿਆ ਹੋਇਆ ਹੈ, ਪੈਟਰੋਲੀਅਮ ਉਤਪਾਦਾਂ ਦਾ, ਜਿਸ ਤਰ੍ਹਾਂ ਕਿ ਯੂਰਪ ਨੂੰ ਰੂਸ ਤੇ ਯੂਕਰੇਨ ਦੀ ਜੰਗ ਨੇ ਪੂਰੀ ਤਰ੍ਹਾਂ ਆਰਥਿਕ ਸੰਕਟ ਦੇ ਵਿੱਚ ਲਪੇਟ ਰੱਖਿਆ, ਉਹਦੇ ਵਿੱਚ ਭਾਰਤ, ਸਾਊਦੀ ਅਰਬੀਆ, ਈਰਾਨ ਦੇ ਪ੍ਰੋਡਕਟ ਉੱਥੇ ਜਾ ਰਹੇ ਨੇ। ਬਾਹਰ ਹੈ ਰੂਸੀ ਇਹ ਕੱਚੇ ਮਾਲ ਦੇ ਪ੍ਰੋਡਕਟ ਨੇ, ਜਾਂ ਉਧਰ ਰਹੇ ਨੇ, ਤੇ ਯੂਰਪ ਦੇ ਵਿੱਚ ਇਹਦੇ ਲਈ ਬਹੁਤ ਵੱਡੀ ਮਹਿੰਗਾਈ ਵੀ ਹੋ ਰਹੀ ਹੈ, ਤੇ ਯੂਰਪੀਅਨ ਯੂਨੀਅਨ ਇਹਦੇ ਵਿੱਚ ਇੱਕ ਦੂਜੇ ਨੂੰ ਦੋਸ਼ੀ ਵੀ ਠਹਿਰਾ ਰਹੀ ਹੈ, ਆਪਸੀ ਇਹਨਾਂ ਦਾ ਟਕਰਾਅ ਵੀ ਹੋ ਰਿਹਾ ਹੈ। ਉਹਨਾਂ ਦਾ ਵੀ ਭਾਰਤੀ ਦੀ ਰਾਜਨੀਤੀ ਦੇ ਵਿੱਚ ਕਾਫੀ ਵੱਡਾ ਅਸਰ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਹੜੀਆਂ ਕੌਮਾਂਤਰੀ ਪਰਿਸਥਿਤੀਆਂ ਨੇ ਉਹਨਾਂ ਨੂੰ ਕਿਹੜੀ ਧਿਰ ਸੂਟ ਕਰਦੀ ਹੈ, ਉਸ ਦੇ ਵੱਲ ਹੀ ਉਹ ਪੂਰਾ ਜ਼ੋਰ ਲਾਉਣਗੇ ਤੇ ਪੂਰੀ ਆਪਣੀ ਸ਼ਕਤੀ ਲਾਉਣਗੇ, ਜਿੱਥੋਂ ਤੱਕ ਲੱਗ ਰਿਹਾ ਹੈ। ਕਿਉਂਕਿ ਇੰਡੀਆ ਗੱਠਜੋੜ ਦੇ ਪਿੱਛੇ ਹੁਣ ਜਿਸ ਤਰ੍ਹਾਂ ਕਿ ਹੋ ਰਿਹਾ ਹੈਗਾ, ਉਹਦੇ ਪ੍ਰਤੀ ਲੌਬਿੰਗ ਹੋ ਰਹੀ ਹੈ, ਉਹਦਾ ਪ੍ਰਚਾਰ ਹੋ ਰਿਹਾ ਹੈ, ਉਹਦੇ ਤੋਂ ਇਹ ਲੱਗ ਰਿਹਾ ਹੈ ਵੀ ਕੌਮਾਂਤਰੀ ਪਰਿਸਥਿਤੀਆਂ ਵੀ ਇਸ ਰਾਜਨੀਤੀ ਦੇ ਵਿੱਚ ਪੂਰੀ ਤਰ੍ਹਾਂ ਅਸਰਅੰਦਾਜ਼ ਹੋਣਗੀਆਂ। ਜੀ ਬਿਲਕੁਲ ਡਾਕਟਰ ਸਾਹਿਬ, ਆਪਾਂ ਸ਼ੁਰੂ ਦੇ ਵਿੱਚ ਹੀ ਜ਼ਿਕਰ ਕੀਤਾ ਸੀ ਕਿ ਸਿਆਸਤ ਦੇ ਰੰਗਾਂ ਤੇ ਕਰਤਾਰ ਦੇ ਰੰਗਾਂ ਦੀ ਰਮਜ਼ ਸਮਝਣੀ ਬੜੀ ਔਖੀ ਹੈ, ਚਾਹੇ ਕੋਈ ਕਿੰਨਾ ਵੀ ਕਿਉਂ ਨਾ ਸਿਆਣਾ ਹੋਵੇ। ਖੈਰ, ਹੁਣ ਲੋਕ ਸਭਾ ਦਾ ਪਿੜ ਵੱਜ ਰਿਹਾ ਹੈ ਤੇ ਨੈਸ਼ਨਲ ਪੱਧਰ ਉੱਤੇ ਜਿਹੜੀ ਸਿਆਸਤ ਉਹ ਵੱਡੇ ਪੱਧਰ ਉੱਤੇ ਸਰਗਰਮ ਹੋ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਜਿਹੜੇ ਸਿਆਸੀ ਆਗੂ ਨੇ ਕਿਸ ਤਰ੍ਹਾਂ ਉਹ ਜਿਹੜੀ ਸਿਆਸਤ ਦੀ ਰਮਜ਼ ਨੂੰ ਸਮਝਣਗੇ। ਜਿਹੜੀਆਂ ਧਿਰਾਂ ਇਹ ਰਮਜ਼ ਨੂੰ ਸਮਝ ਸਕਦੀਆਂ ਹੋਣਗੀਆਂ, ਸ਼ਾਇਦ ਉਹਨਾਂ ਦਾ ਜਿਹੜਾ ਹੈ ਸਿਆਸੀ ਰੱਥ ਅੱਗੇ ਵੱਧ ਸਕੇ। ਅਜਿਹੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ। ਡਾਕਟਰ ਸਾਹਿਬ, ਤੁਸੀਂ ਵਕਤ ਦਿੱਤਾ, ਤੁਹਾਡਾ ਧੰਨਵਾਦ। ਬਹੁਤ ਬਹੁਤ ਸਰੋਤਿਆਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਉਹ ਚੈਨਲ ਮਿਸ਼ਨ ਪੰਜਾਬੀ ਦੇ ਨਾਲ ਜੁੜੇ ਰਹਿਣ। ਮਿਸ਼ਨ ਪੰਜਾਬੀ